Hey everybody, swagat ਤੁਹਾਡਾ ਸਾਰਿਆਂ ਦਾ। My name is Ekam Singh Pannu and this is the English Family YouTube channel। ਇਸ ਚੈਨਲ ਤੇ ਅਸੀਂ IELTS ਨਾਲ ਰਿਲੇਟਡ ਕੰਟੈਂਟ ਨੂੰ ਡਿਸਕਸ ਕਰਦੇ ਹਾਂ, ਬੱਚਿਆਂ ਨੂੰ ਇੱਕ ਪਲੇਟਫਾਰਮ ਦਿੰਦੇ ਹਾਂ ਜਿੱਥੇ ਉਹ ਫ੍ਰੀ ਆਫ ਕਾਸਟ IELTS ਦੀ ਪ੍ਰੈਪਰੇਸ਼ਨ ਘਰੇ ਬਹਿ ਕੇ ਕਰ ਸਕਦੇ ਨੇ। So till now we have discussed various perspectives। ਅਸੀਂ ਮੋਡਿਊਲ ਡਿਸਕਸ ਕਰ ਰਹੇ ਹਾਂ ਜਿਹਦੇ ਵਿੱਚ ਰੀਡਿੰਗ ਮੋਡਿਊਲ I have discussed the theoretical part, ਜੋ ਉਹਦਾ ਇੱਕ ਕਰਨੀ ਕਿੱਦਾਂ ਰੀਡਿੰਗ ਉਹ ਡੇ ਬਾਈ ਡੇ ਉਹ ਹੋਰ ਵੀਡੀਓਸ ਅਪਲੋਡ ਹੋ ਰਹੀਆਂ ਨੇ। ਰਾਈਟਿੰਗ ਮੋਡਿਊਲ ਜਿਹੜਾ ਹੈ ਉਹ ਮਨਦੀਪ ਨੇ ਟਾਸਕ 1 ਕੰਪਲੀਟ ਕਰ ਲਿਆ ਹੈ, ਟਾਸਕ 2 ਜਿਹੜਾ ਹੈ ਉਹ ਡਿਸਕਸ ਹੋ ਰਿਹਾ ਹੈ। ਲਿਸਨਿੰਗ ਮੋਡਿਊਲ ਅਸੀਂ ਪਿੱਛੇ ਸ਼ੁਰੂ ਕੀਤਾ ਸੀਗਾ, ਉਹਦੀ ਵੀਡੀਓਜ਼ ਬਣ ਰਹੀਆਂ ਨੇ ਐਂਡ ਉਸ ਸੰਦਰਭ ਦੇ ਵਿੱਚ ਜਾਂ ਉਸ ਲੜੀ ਦੇ ਵਿੱਚ ਦਿਸ ਇਜ਼ ਅਨਦਰ ਵੀਡੀਓ ਜਿਹਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਕਿ ਬੱਚੇ MCQs ਕਿੱਦਾਂ ਸੋਲਵ ਕਰਨ। ਪਲੇਲਿਸਟ ਵਿੱਚ ਅਗਰ ਤੁਸੀਂ ਜੋ ਸਾਰਾ ਕੰਟੈਂਟ ਦੇਖੋਗੇ ਲਿਸਨਿੰਗ ਦਾ ਐਂਡ ਬਾਕੀਆਂ ਦਾ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ। ਉਹਦੇ ਵਿੱਚ ਤੁਸੀਂ ਦੇਖੋਗੇ ਕਿ ਲਿਸਨਿੰਗ ਨੂੰ ਕਰਨ ਦਾ ਨਾ ਇੱਕ ਢੰਗ ਹੁੰਦਾ ਹੈ। ਸੋ ਉਹ ਢੰਗ ਕੀ ਹੋਣਾ ਚਾਹੀਦਾ ਹੈ, ਇੱਕ ਤਾਂ ਉਹ ਤੁਹਾਨੂੰ ਪਲੇਲਿਸਟ ਦੀ ਫਸਟ ਵੀਡੀਓ ਵਿੱਚ ਮਿਲ ਜਾਏਗਾ ਜਿਹਦੇ ਵਿੱਚ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਾਈਲ ਡੂਇੰਗ ਦ ਲਿਸਨਿੰਗ। ਸੋ ਕਿਵੇਂ ਡੇਟ ਲਿਖਣੀ ਚਾਹੀਦੀ ਹੈ, ਕਿਵੇਂ ਐਡਰੈਸ ਲਿਖਣਾ ਚਾਹੀਦਾ ਹੈ, ਠੀਕ ਹੈ, ਕਿਵੇਂ ਕਿਸੇ ਕੁਐਸਚਨ ਨੂੰ ਸੁਣਨਾ ਚਾਹੀਦਾ ਹੈ। ਸੋ all those things have been discussed in the introductory part of the video, ਠੀਕ ਹੈ, ਜਿਹੜੀ ਕਿ ਪਲੇਲਿਸਟ ਦੀ ਪਹਿਲੀ ਵੀਡੀਓ ਹੈ ਲਿਸਨਿੰਗ ਦੀ। ਉਸ ਤੋਂ ਬਾਅਦ ਅਸੀਂ ਡਿਸਕਸ ਕਰ ਚੁੱਕੇ ਹਾਂ, ਇਸ ਤੋਂ ਪਹਿਲਾਂ ਕਿਹਾ ਕਿ ਫਾਰਮ ਫਿਲਿੰਗ ਕੁਐਸਚਨਸ ਨੂੰ ਡਿਸਕਸ ਕਰ ਚੁੱਕੇ ਹਾਂ। ਅੱਛਾ, ਹੁਣ ਜਿਹੜੀ ਅੱਜ ਦੀ ਕਥਾ ਜਸਟ ਵੈਰੀ ਇੰਪੋਰਟੈਂਟ ਬੱਚਾ, MCQs ਬਹੁਤ ਬੱਚਿਆਂ ਦੇ ਗਲਤ ਹੁੰਦੇ ਨੇ ਐਂਡ MCQs ਆਰ ਦ ਬਿਗੇਸਟ ਚੰਕ ਆਫ ਕੁਐਸਚਨਸ ਜਿਹੜੇ ਕਿ ਪੁੱਛੇ ਜਾਂਦੇ ਆ। ਹੁਣ MCQs ਆਉਂਦੇ ਕਿੱਥੇ ਆ? ਐਜ਼ ਆਪਾਂ ਨੂੰ ਪਤਾ ਹੀ ਆ ਕਿ ਲਿਸਨਿੰਗ ਦੇ 4 ਸੈਕਸ਼ਨ ਹੁੰਦੇ ਨੇ, ਸੈਕਸ਼ਨ 1 ਹੁੰਦਾ ਤੇ ਸੈਕਸ਼ਨ 2 ਹੁੰਦਾ, ਸੈਕਸ਼ਨ 3 ਹੁੰਦਾ, ਸੈਕਸ਼ਨ 4 ਹੁੰਦਾ। 99% ਹੈ ਕਿ MCQs ਤੁਹਾਡੇ ਸੈਕੰਡ ਸੈਕਸ਼ਨ ਜਾਂ ਥਰਡ ਸੈਕਸ਼ਨ ਵਿੱਚ ਹੋਣਗੇ। ਬਟ ਇੱਕ ਐਕਚੁਅਲੀ ਬੱਚਿਆਂ ਦੇ ਮਨ ਦੇ ਵਿੱਚ ਨਾ ਇੱਕ ਫੋਬੀਆ ਬਣ ਗਿਆ ਹੈ ਐਸ ਪਰ ਦਾ, ਜਦੋਂ MCQ ਦੀ ਗੱਲ ਕਰੀਏ ਬੱਚਿਆਂ ਨੂੰ MCQs ਮੁਸ਼ਕਿਲ ਲੱਗਦੇ ਨੇ ਐਂਡ ਦੇ ਡੋਂਟ ਫਾਈਂਡ them ਸਕੋਰਿੰਗ। ਹੁਣ ਜਦੋਂ ਮੈਂ MCQ ਕਰਦਾ I have my own understanding ਐਂਡ ਮੈਨੂੰ ਕਦੀ MCQ ਵੈਸੇ ਔਖੇ ਲੱਗੇ ਨਹੀਂ। ਸੋ ਜੋ ਮੇਰਾ ਸਟਾਈਲ ਹੈ ਇੱਕ MCQ ਕਰਨ ਦਾ, I'll be discussing it over here। ਕਿਵੇਂ ਇੱਕ ਬੱਚੇ ਦੀ ਸਟ੍ਰੈਟਜੀ ਹੋਣੀ ਚਾਹੀਦੀ ਹੈ MCQ ਕਰਨ ਲੱਗੇ ਉਹ ਦੇਖਾਂਗੇ। ਫਿਰ ਕੀ ਟਿਪਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ MCQs ਵਿੱਚ ਵੱਧ ਤੋਂ ਵੱਧ ਨੰਬਰ ਸਕੋਰ ਕਰ ਸਕੇ। ਸੋ ਐਵਰੀਥਿੰਗ ਵਿਲ ਬੀ ਡਿਸਕਸਡ ਇਨ ਦਿਸ ਵੀਡੀਓ। ਇਸ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਤੁਹਾਨੂੰ ਪ੍ਰੋਪਰ ਅੰਡਰਸਟੈਂਡਿੰਗ ਹੋ ਜਾਵੇ, ਕਿਉਂਕਿ ਅਗਰ ਤੁਸੀਂ ਇਸ ਚੀਜ਼ ਨੂੰ ਯੂ ਜਸਟ ਲਿਸਨ ਐਂਡ ਡੋਂਟ ਅਪਲਾਈ ਇਨ ਯੋਰ ਲਾਈਫ, ਕਿਤੇ ਨਾ ਕਿਤੇ ਉਹ ਤੁਹਾਡੇ ਪ੍ਰੋਬਲਮੈਟਿਕ ਹੋਏਗਾ, ਠੀਕ ਹੈ। ਸੋ ਇਸ ਚੀਜ਼ ਨੂੰ ਅੱਗੇ ਧਿਆਨ ਰੱਖੋ। ਵਿਲ ਬੀ ਸਟਾਰਟਿੰਗ ਵਿਦ ਇਟ। ਲੈਟ ਮੀ ਗੈਟ ਮਾਈ ਮਾਰਕਰ, ਵੇਅਰ ਇਟ ਇਜ਼, ਹੇਅਰ ਇਟ ਇਜ਼, ਠੀਕ ਹੈ ਜੀ। ਸੋ ਆ ਦੇਖੋ ਜੀ, ਲਿਸਨਿੰਗ ਦਾ ਆਪਾਂ ਕਰ ਚੁੱਕੇ ਹਾਂ, ਠੀਕ ਹੈ ਜੀ। ਲਿਸਨਿੰਗ ਅੱਜ ਆਪਾਂ ਕਰਨਾ ਆ, ਇਹਦੇ ਵਿੱਚ ਵੀ ਆਰ ਸਪੋਜ਼ ਟੂ ਡੂ ਦ MCQ ਪਾਰਟ, ਠੀਕ ਹੈ ਜੀ, ਆ ਕਰਨਾ ਆ। ਸੋ ਬੇਸਿਕਲੀ ਇੱਕ ਚੀਜ਼ ਧਿਆਨ ਰੱਖੋ, ਦੋ ਤਰ੍ਹਾਂ ਦੇ MCQ ਹੁੰਦੇ ਬੇਟੇ, ਆ ਦੇਖੋ, ਜਸਟ ਲੁੱਕ ਐਟ ਹੇਅਰ। देयर आर 2 टाइप्स ऑफ MCQs। ਕਿਹੜੇ ਹੁੰਦੇ ਪਹਿਲਾਂ ਦੇਖੀਏ। ਸਭ ਤੋਂ ਪਹਿਲੀ ਕਿਸਮ ਹੁੰਦੀ ਹੈ ਐਂਡ ਦੇ ਆਰ ਦ ਵੈਰੀ ਈਜ਼ੀਐਸਟ ਆਫ them, ਉਹ ਹੁੰਦੀ ਹੈ ਕਿ ਸ਼ਾਰਟ ਆਨਸਰ ਮਲਟੀਪਲ ਕੁਐਸਚਨਸ ਹੁੰਦੇ ਨੇ, ਠੀਕ ਹੈ। ਹੁਣ ਇਹ ਹੁੰਦੇ ਕਿਦਾਂ ਨੇ, ਜਸਟ ਫॉर ਐਗਜ਼ਾਮਪਲ ਦੇਖੋ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਜਾਏਗੀ ਜਿਹਦੇ ਵਿੱਚ ਤੁਹਾਨੂੰ ਨੰਬਰ ਆਫ ਆਪਸ਼ਨਸ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਆਨਸਰ ਚੂਜ਼ ਕਰਨਾ। ਦੇ ਆਰ ਵੈਰੀ ਈਜ਼ੀ। ਫॉर ਐਗਜ਼ਾਮਪਲ ਆ ਦੇਖੋ ਤੁਹਾਡੇ ਸਾਹਮਣੇ ਆ, they are the simplest form of MCQs। for example why I'm saying ਕਿ ਇੱਕ ਤਾਂ ਇੱਕ ਸਟੇਟਮੈਂਟ ਹੈ ਟਾਈਪ ਆਫ ਇੰਸ਼ੋਰੈਂਸ ਚੋਜ਼ਨ ਐਂਡ ਥੱਲੇ 3 ਵਰਡਸ ਲਿਖਿਆ ABC ਐਂਡ ਕਸਟਮਰ ਵਾਂਟਸ ਗੁੱਡਸ ਡਿਲੀਵਰਡ ਟੂ ਪੋਰਟ ਹੋਮ ਡਿਪੋਰਟ। ਅੱਛਾ, ਹੁਣ ਇੱਕ ਦੇਖੋ ਇਹਦੇ ਵਿੱਚ ਸਮਝਣ ਵਾਲੀ ਗੱਲ ਕੀ ਆ ਕਿ ਇਹਨੂੰ ਕਿਉਂ ਸੌਖਾ ਕਿਹਾ ਜਾਂਦਾ। ਇਹਦੇ ਵਿੱਚ ਜਿਹੜੀ ਤਿੰਨੇ ਆਪਸ਼ਨਸ ਨੇ ABC ਦੋਨਾਂ MCQs ਦੇ ਵਿੱਚ, ਉਹ ਬਹੁਤੀ ਅੰਡਰਸਟੈਂਡਿੰਗ ਨਹੀਂ ਡਿਮਾਂਡ ਕਰ ਰਹੀ, which means कि you can easily differentiate between economy, standard and premium। ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਤਿੰਨੇ ਡਿਫਰੈਂਟ ਨੇ, ਤੁਹਾਨੂੰ ਪੋਰਟ ਹੋਮ ਤੇ ਡਿਪੋਰਟ ਦਾ ਪਤਾ ਲੱਗ ਜਾਏਗਾ, ਤਿੰਨੇ ਡਿਫਰੈਂਟ ਨੇ। ਸੋ देयर इज ਲੈਸ ਅੰਡਰਸਟੈਂਡਿੰਗ that is required to just analyze ਕਿ ਇਹ ਇੱਕ ਡਿਫਰੈਂਟ ਕਿੱਦਾਂ ਆ, ਡਿਫਰੈਂਟ ਜਿਹੜੀਆਂ ਇਹਦੀਆਂ ਆਪਸ਼ਨਸ ਹੈਗੀਆਂ ਨੇ। ਸੋ ਇਸ ਕਰਕੇ ਇਹ ਸੌਖੇ ਨੇ। ਹੁਣ ਕਰਨਾ ਕੀ ਹੈ, ਵੈਸੇ ਜੋ ਇੱਕ ਸਟਾਈਲ ਹੋਣਾ ਚਾਹੀਦਾ, ਪਹਿਲਾਂ MCQ ਪੜਿਆ ਕਰੋ, ਟਾਈਪ ਆਫ ਇੰਸ਼ੋਰੈਂਸ ਚੋਜ਼ਨ, ਓਕੇ, ਕਿਹੜੀਆਂ ਨੇ, 3 ਹੈਗੀਆਂ ਨੇ। ਜਸਟ ਫਿਰ ਉਸ ਤੋਂ ਬਾਅਦ ਰਿਕਾਰਡਿੰਗ ਤੇ ਧਿਆਨ ਦਿਆ ਕਰੋ ਕਿ ਉਹਨੇ ਕਿਹੜੀ ਬੋਲੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ, ਅੰਡਰਸਟੈਂਡਿੰਗ ਘੱਟ ਹੋਣ ਦੇ ਕਾਰਨ ਇੱਕ ਬੱਚਾ ਈਜ਼ੀਲੀ ਇਹਨੂੰ ਸਮਝ ਪਾਉਂਦਾ ਐਂਡ ਦੇ ਆਰ ਵੈਰੀ ਸਕੋਰਿੰਗ। ਦ ਫਸਟ ਟਾਈਪ ਆਫ MCQ ਜਿਹਦੇ ਵਿੱਚ ਸਿੰਗਲ ਇੱਕ ਆਪਸ਼ਨ ਹੁੰਦੀ ਹੈ ਜਾਂ 2-3 ਵਰਡਸ ਹੁੰਦੇ ਨੇ ਐਜ਼ ਤੁਹਾਡੇ
ਉਹਦੀ ਜੋ ਇੱਕ ਆਪਸ਼ਨ ਆ ਉਹਦੇ ਵਿੱਚ ਉਹ ਬਹੁਤ ਹੀ ਈਜ਼ੀ ਹੁੰਦੇ ਨੇ ਸੋਲਵ ਕਰਨ ਲਈ। ਠੀਕ ਹੈ, ਹੁਣ ਇਹਨੂੰ ਆਪਾਂ ਐਂਡ ਵਿੱਚ ਸੋਲਵ ਵੀ ਕਰਾਂਗੇ ਜਦੋਂ ਐਕਚੁਅਲ ਡਰਿਲਿੰਗ ਕਰਾਂਗੇ ਤੇ ਫਿਰ ਆਈ ਵਿਲ ਸ਼ੋ ਯੂ ਹਾਊ ਟੂ ਸੋਲਵ them। ਪਰ ਪਹਿਲਾਂ ਤਾਂ ਥਿਓਰੈਟੀਕਲ ਪਾਰਟ ਦੇਖੋ। ਇਹ ਤਾਂ ਹੋ ਗਿਆ ਜੀ ਤੁਹਾਡਾ ਪਹਿਲੇ ਟਾਈਪ ਆਫ ਜਿਹੜੇ ਤੁਹਾਡੀਆਂ MCQs ਹੈਗੇ ਨੇ। ਅੱਛਾ, ਹੁਣ ਸੈਕੰਡ ਟਾਈਪ ਦੇਖੋ, ਸੈਂਟੈਂਸ ਕੰਪਲੀਸ਼ਨ ਕੁਐਸਚਨਸ। ਪਹਿਲੇ ਕੀ ਸੀਗੇ, ਜਿਹਦੇ ਵਿੱਚ ਤੁਹਾਨੂੰ ਸ਼ਾਰਟ ਆਨਸਰ ਸੀਗੇ, ਇੱਕ ਸਟੇਟਮੈਂਟ ਸੀਗੀ ਜਿਹਦੀਆਂ ਆਪਸ਼ਨ ਸੀਗੀਆਂ। ਹੁਣ ਤੁਸੀਂ ਸੈਂਟੈਂਸ ਕੰਪਲੀਟ ਕਰਨਾ ਹੈ। ਕਹਿਣ ਦਾ ਮਤਲਬ ਕੀ ਆ, ਦੇਖੋ ਵੀ ਆਰ ਆਲ present hedonist। ਹੁਣ at school, at birth, while eating and drinking, we are supposed to complete the sentence। ਇਹਦੇ ਪਿੱਛੇ ਆ ਲੱਗੇਗਾ ਕਿ ਆ ਲੱਗੇਗਾ। and same is the case with 37th ਜਿਹੜਾ ਲਿਖਿਆ, American boys drop out of school at higher rate than girls because they need to be in control of the way they learn। they play video games instead of doing school work। they are not intelligent as girls। ਹੁਣ 36th ਵੀ ਸਮਝ ਲੱਗ ਜਾਏਗਾ, at school, at birth, while eating and drinking, easy ਹੈ। ਬਟ ਜਿਹੜਾ 37th ਹੈ ਜਿਹਦੇ ਵਿੱਚ 3 ਆਪਸ਼ਨਸ ਨੇ ਐਂਡ ਤਿੰਨੇ ਆਪਸ਼ਨਸ ਦੇ ਕੰਪਲੀਟ ਸੈਂਟੈਂਸਸ ਹੈ which are actually dependent clause on the independent clause ਜੋ ਉੱਤੇ ਲਿਖਿਆ ਹੋਇਆ, ਉਹਦੇ ਵਿੱਚ ਤੁਹਾਨੂੰ ਸਮਝਣ ਲੱਗੇ ਥੋੜਾ ਟਾਈਮ ਲੱਗੇਗਾ। and this makes it a little not little, ਥੋੜਾ ਜਿਹਾ ਮੁਸ਼ਕਿਲ ਬਣਾਉਂਦਾ ਹੈ। ਸੋ ਕਿੱਦਾਂ ਕਰਨਾ ਚਾਹੀਦਾ ਇਹ ਦੇਖਦੇ ਹਾਂ। ਸੋ ਇਹ ਸੈਕੰਡ ਟਾਈਪ ਹੁੰਦੀ ਹੈ। ਪਹਿਲੀ ਟਾਈਪ ਕੀ ਹੈ ਕਿ ਇੱਕ ਸਟੇਟਮੈਂਟ ਦਿੱਤੀ, 3 ਆਪਸ਼ਨ ਦਿੱਤੀਆਂ। ਇਹ 'ਚ ਕੀ ਹੈ ਕਿ ਤੁਹਾਨੂੰ ਇੱਕ ਸੈਂਟੈਂਸ ਦਿੱਤਾ ਹਾਫ ਰਿਟਨ, ਉਹਦਾ ਤੁਸੀਂ ਕੰਪਲੀਟ ਦੂਜਾ ਥੱਲੇ ਕਰਨਾ ਹੈ। ਠੀਕ ਹੈ, ਸੋ ਬੇਸਿਕਲੀ ਇੱਕ ਚੀਜ਼ ਹੋਰ ਧਿਆਨ ਰੱਖੋ ਕਿ ਜਦੋਂ ਉਹ ਆਉਂਦੇ ਆ ਰਿਸਰਚਰਸ ਵਾਲੇ ਨਾਮ ਹੁੰਦੇ ਆ ਕਿ ਕਿਹੜੇ ਰਿਸਰਚਰ ਨੇ ਕੀ ਕੰਮ ਕੀਤਾ, ਕਿਹੜੇ ਰਾਈਟਰ ਨੇ ਕੀ ਕੀਤਾ, ਅਗਰ ਇਦਾਂ ਦੀ ਕੋਈ ਚੀਜ਼ ਆ ਜਾਂਦੀ ਹੈ, that is also a type of MCQ। ਅੱਛਾ, ਇੱਕ ਮੇਰੀ ਰਿਕੁਐਸਟ ਹੈ ਕਿ ਜਦੋਂ ਵੀ ਕਦੀ MCQ ਕਰੋ ਲਿਸਨਿੰਗ ਦੇ, ਪਲੀਜ਼ ਡੋਂਟ ਕਨਫਿਊਜ਼ them with the style ਜੋ ਤੁਸੀਂ ਰੀਡਿੰਗ ਵਿੱਚ ਕਰਦੇ ਹੋ। ਰੀਡਿੰਗ ਵਿੱਚ MCQ ਕਰਨ ਦਾ ਜੋ ਸਟਾਈਲ ਹੈ ਉਹ ਬਿਲਕੁਲ ਡਿਫਰੈਂਟ ਹੈ। ਇੱਥੇ ਇੱਕ MCQ ਕਰਨ ਦਾ ਸਟਾਈਲ ਟੋਟਲੀ ਡਿਫਰੈਂਟ ਹੈ। ਉੱਥੇ ਤੁਸੀਂ ਕੀਵਰਡ ਲੱਭਦੇ ਹੋ ਐਂਡ ਦੈਨ ਯੂ ਹੈਵ ਟਾਈਮ ਟੂ ਅੰਡਰਸਟੈਂਡ ਦ ਪੈਸੇਜ। ਇੱਥੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਸੋ ਕਿੱਦਾਂ ਕਰਨਾ ਇਹਨੂੰ ਇੱਕ ਵਾਰੀ ਆਪਾਂ ਧਿਆਨ ਨਾਲ ਦੇਖਦੇ ਹਾਂ। ਠੀਕ ਹੈ ਜੀ। ਅੱਛਾ, ਹੁਣ ਜਸਟ ਇੱਕ ਦੇਖੋ ਕਾਮਨ ਪ੍ਰੋਬਲਮਸ ਕੀ ਆਉਂਦੀਆਂ ਬੱਚਿਆਂ ਨੂੰ। ਬੇਟਾ ਜਸਟ ਲੁੱਕ, when given 3 options ਜਾਂ 3 choices, ਜੋ 3 choices ਦਿੱਤੀਆਂ ਜਾਂਦੀਆਂ ਨੇ as above ਤੁਹਾਨੂੰ ਦਿਖਾਈਆਂ ਹੋਈਆਂ, you are likely to hear speaker talking about all the 3 options। ਬਹੁਤ ਇੰਪੋਰਟੈਂਟ ਹੈ। ਹੁੰਦਾ ਕੀ ਹੈ ਕਿ 3 ਆਪਸ਼ਨ ਦਿੱਤੀਆਂ ਜਾਂਦੀਆਂ ਨੇ ਐਂਡ ਤੁਹਾਨੂੰ ਜੋ ਆਡੀਓ ਸੁਣਦੀ ਹੈ ਉਹਦੇ ਵਿੱਚ ਸਪੀਕਰ ਤਿੰਨਾਂ ਦੀ ਗੱਲ ਕਰਦਾ। ਠੀਕ ਹੈ, ਉਹ ਤਿੰਨਾਂ ਬਾਰੇ ਗੱਲ ਕਰਦਾ ਐਂਡ ਤੁਸੀਂ ਹੋ ਜਾਂਦੇ ਕਨਫਿਊਜ਼ ਕਿ ਇਹਨੇ ਇਹਦੇ ਬਾਰੇ ਵੀ ਗੱਲ ਕੀਤੀ, ਇਹਨੇ ਇਹਦੇ ਬਾਰੇ ਵੀ ਗੱਲ ਕੀਤੀ, ਇਹਨੇ ਇਹਦੇ ਬਾਰੇ ਵੀ ਗੱਲ ਕਰੀਏ। ਹੁਣ ਜਸਟ ਬਿਕੋਜ਼ ਇੱਕ ਚੀਜ਼ ਧਿਆਨ ਰੱਖੋ ਕਿ ਇਹ ਨਹੀਂ ਕਿ ਉਹਨੇ ਮੈਂਸ਼ਨ ਕਰ ਦਿੱਤਾ ਐਂਡ ਦੈਟ ਮੇਕਸ ਇਟ ਕਰੈਕਟ। ਮੈਂਸ਼ਨ ਕਰਨਾ ਇਹ ਮਤਲਬ ਨਹੀਂ ਕਿ ਉਹ ਕਰੈਕਟ ਹੈ, ਕੀ ਉਹਨੇ ਉਸ ਚੀਜ਼ ਨੂੰ ਜਸਟੀਫਾਈ ਕੀਤਾ। ਸੋ ਕਹਿਣ ਦਾ ਮਤਲਬ ਕੀ ਹੈ ਕਿ ਤੁਹਾਨੂੰ ਹਮੇਸ਼ਾ ਆਨਸਰ ਕਰੈਕਟ ਸਿਲੈਕਟ ਕਰਨਾ ਚਾਹੀਦਾ, not the first that you hear। ਇਹ ਨਹੀਂ ਕਿ ਜਿਹੜਾ ਪਹਿਲਾਂ ਸੁਣਿਆ ਉਹ ਤੁਸੀਂ ਆਨਸਰ ਲਾ ਦਿੱਤਾ। no, that is not the answer। ਤੁਸੀਂ ਆਇਡੈਂਟੀਫਾਈ ਕਰੋ, ਅੰਡਰਸਟੈਂਡ ਕਰੋ, ਜਸਟ ਲੁੱਕ ਅਰਾਊਂਡ ਕਿ ਉਹਨੇ ਕਹਿ ਕੇ ਮੁੜ ਕੇ ਸੌਰੀ ਤਾਂ ਨਹੀਂ ਕਿਹਾ ਕਿ ਉਹ ਸੌਰੀ ਆਈ ਬੈਗ ਪਾਰਡਨ, ਦਿਸ ਇਜ਼ ਨਾਟ ਦਾ ਆਨਸਰ, that is answer। ਸੋ ਇਹ ਵੀ ਧਿਆਨ ਰੱਖੋ। ਸੋ ਸਭ ਤੋਂ ਪਹਿਲੀ ਪ੍ਰੋਬਲਮ ਕਿ ਬੱਚੇ ਹਮੇਸ਼ਾ ਜਿਹੜੇ ਪਹਿਲਾਂ ਸੁਣਦੇ ਆ ਆਪਸ਼ਨ ਉਹਨੂੰ ਹੀ ਆਨਸਰ ਲਾ ਦਿੰਦੇ ਆ। ਬੇਟਾ that is wrong, ਉਹ ਨਹੀਂ ਹੁੰਦਾ। ਠੀਕ ਹੈ, ਸੈਕੰਡ ਦੇਖੋ ਜੋ ਸਭ ਤੋਂ ਵੱਡੀ ਪ੍ਰੋਬਲਮ ਹੈ, the answers normally come in form of synonyms and paraphrasing, जो बेटा ऑब्वियस ਤੁਹਾਨੂੰ ਪਤਾ ਹੀ ਹੈ। ठीक है, so don't just listen to exact match words, think of the answers how they could be expressed। ਹੁਣ ਮੈਚ ਵਰਡਸ ਆਪਾਂ ਕਿੱਥੇ ਕਰਦੇ ਆ, ਜਦੋਂ ਆਪਾਂ ਰੀਡਿੰਗ ਕਰਦੇ ਆ। ਸੋ ਇਹਦੇ ਵਿੱਚ ਬੇਟਾ ਮੈਚ ਵਰਡਸ ਕਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ। ਇਹਦੇ ਵਿੱਚ ਇਹ ਨਹੀਂ ਹੈ ਕਿ ਜੇ ਕਿਸੇ ਦਾ ਨਾਮ ਮਤਲਬ ਕੀਵਰਡ ਹੈ ਤੇ ਕੀਵਰਡ ਵਾਲਾ ਹੀ ਕੀ ਹੋਏਗਾ ਆਨਸਰ, ਉਹ ਤਾਂ ਕੀਵਰਡ ਤਿੰਨਾਂ 'ਚ ਹੀ ਹੈ, ਤਿੰਨਾਂ ਆਪਸ਼ਨਸ ਵਿੱਚ ਹੈ। ਸੋ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਹੈ ਜਿਹੜੀ ਤੁਹਾਨੂੰ ਹਮੇਸ਼ਾ ਇਟ ਮਸਟ ਬੀ ਆਫ ਗ੍ਰੇਟ ਇੰਪੋਰਟੈਂਸ, ਦੈਟ ਇਜ਼ ਕਿ ਤੁਸੀਂ ਉੱਥੇ ਕੀਵਰਡਸ ਮੈਚ ਨਹੀਂ ਕਰਨੇ। ਤੁਸੀਂ ਆਪਸ਼ਨਸ ਨੂੰ ਡਿਫਰੈਂਸ਼ੀਏਟ ਕਰੋ ਕਿ ਇਹ ਵਾਲੀ ਆਪਸ਼ਨ ਇਹ ਤੋਂ ਡਿਫਰੈਂਟ ਕਿੱਦਾਂ, ਇਹ ਵਾਲੀ ਆਪਸ਼ਨ ਇਹ ਤੋਂ ਡਿਫਰੈਂਟ ਕਿੱਦਾਂ, ਹਾਊ ਦ 3 ਆਪਸ਼ਨਸ ਆਰ ਡਿਫਰੈਂਟ। ਐਂਡ ਫਿਰ ਇੱਕ ਵਾਰੀ ਤੁਹਾਡੀ ਲਿਸਨਿੰਗ ਨੂੰ ਸੁਣਿਆ ਕਰੋ ਕਿ ਲਿਸਨਿੰਗ ਵਿੱਚ ਤੁਹਾਡਾ ਜਿਹੜਾ ਇੱਕ ਐਗਜ਼ਾਮੀਨਰ ਬੋਲ ਰਿਹਾ ਉਹ ਐਕਚੁਅਲ ਵਿੱਚ ਕਿਹੜੀ ਚੀਜ਼ ਨੂੰ ਜਸਟੀਫਾਈ ਕਰ ਰਿਹਾ, ਕੀ ਉਹ ਉਸ ਚੀਜ਼ ਨੂੰ ਲਿਖਣ ਲੱਗੇ ਮੋਰੇ ਤੇ ਕਰੈਕਟਰ ਲਾ ਕੇ ਉਹਦੀ ਮਤਲਬ ਤਾਂ ਨਹੀਂ ਘੁਮਾ ਰਿਹਾ। ਸੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ। ਅੱਛਾ, ਆਹ ਦੇਖੋ ਜੀ ਧਿਆਨ ਦੇ ਨਾਲ, the 3 options, the 3 choices often look similar in meaning। ਬਟ ਆਬਵੀਅਸ ਗੱਲ ਆ
ठीक है, एंड इट मे बी डिफिकल्ट फॉर यू टू टेल द डिफरेंस। सो करना की है, लुक फॉर द कीवर्ड्स इन डिफरेंट ऑप्शंस दैट अलाउ यू टू टेल द डिफरेंस बिटवीन देम। सो आ देखो बेटा ਤੁਸੀਂ ਕੀਵਰਡ ਉਹ ਲੱਭਣਾ ਜਿਹੜਾ ਕਿ ਡਿਫਰੈਂਸ ਦੱਸੇ ਡਿਫਰੈਂਟ ਆਪਸ਼ਨਸ ਦੇ ਵਿੱਚ। ਸੋ ਕਿੱਦਾਂ, ਫॉर एग्जांपल ਇਹਦੇ ਵਿੱਚ ਕੋਈ ਹੁਣ ਉੱਤੇ ਗੱਲ ਕਰਦੇ ਆ, ਲੈਟਸ ਟਾਕ ਅਬਾਊਟ ਇਟ, ਇਹ ਵੀ ਸਮਝਾ ਦਿੰਦਾ। ਹੁਣ ਇਹਦੇ ਵਿੱਚ ਕੀਵਰਡ ਇਹ ਨਹੀਂ ਹੈ ਕਿ ਗਰਲਸ ਹੈਗੀਆਂ ਨੇ ਜਾਂ ਤੁਹਾਡਾ ਦੇ ਕੀਵਰਡ ਹੈ, नो। ਕੀਵਰਡ ਕਿਹੜੇ ਆ, ਇੰਟੈਲੀਜੈਂਟ ਜਾਂ ਗੇਮਸ, ਆਈ ਫੀਲ ਜਾਂ ਲਰਨ, ਠੀਕ ਹੈ। ਸੋ ਇਦਾਂ ਦੀ ਚੀਜ਼ ਆ। ਸੋ ਉਹ ਕੀਵਰਡ ਹੁੰਦਾ ਜਿਹੜਾ ਤੁਹਾਡੀਆਂ ਆਪਸ਼ਨਸ ਨੂੰ ਡਿਫਰੈਂਸ਼ੀਏਟ ਕਰੇ ਤੁਹਾਡੇ ਲਈ, ਦੈਟ ਇਜ਼ ਕਾਲਡ ਦ ਐਕਚੁਅਲ ਕੀਵਰਡ ਇਨ ਲਿਸਨਿੰਗ, ਠੀਕ ਹੈ। ਅੱਛਾ, ਦਿਸ ਇਜ਼, ਹੁਣ ਇਹ ਗੱਲ ਯਾਦ ਰੱਖੋ, ਜੇ ਤੁਹਾਡੇ ਮਨ 'ਚ ਇੱਕ ਵਹਿਮ ਹੈ ਕਿ ਲਿਸਨਿੰਗ ਸਿਰਫ ਸੁਣਨ ਦਾ ਪੇਪਰ ਹੈ ਤੇ ਗਲਤ ਹੈ, ਕਿਉਂਕਿ ਲਿਸਨਿੰਗ ਇਜ਼ ਨਾਟ ਅਬਾਊਟ ਬੇਟਾ ਲਿਸਨਿੰਗ ਸਕਿਲਸ। ਇਹਦੇ ਵਿੱਚ ਰੀਡਿੰਗ ਵੀ ਆਉਂਦੀ ਹੈ, ਤੁਸੀਂ ਕਿੰਨੀ ਛੇਤੀ ਪੜ੍ਹਦੇ ਹੋ, ਆਪਸ਼ਨਸ ਨੂੰ ਸਮਝਦੇ ਹੋ, ਸਮਝ ਕੇ ਉਹਦੇ ਵਿੱਚ ਡਿਫਰੈਂਸ਼ੀਏਟ ਕਰਦੇ ਹੋ, ਇਹਦੇ ਬਾਰੇ ਹੈਗੀ ਆ। अगर तुसी कोई ऑडियो सुन रहे हो विदाउट अंडरस्टैंडिंग द डिफरेंस बिटवीन द ऑप्शंस, ਤੁਹਾਡੇ आंसर सारे गलत होंगे। सो प्लीज ਇਹਦਾ थोड़ा ध्यान रखियो, ठीक है। देयर इज मच मोर नीड रिक्वायर्ड टू रीड MCQs, so practice underlining the keywords in the question and quickly understanding the difference। सो प्रैक्टिस ਇਹ ਨਹੀਂ ਹੋਣੀ ਚਾਹੀਦੀ ਤੁਹਾਡੀ ਕਿ ਲਿਸਨਿੰਗ ਹਰ ਵਾਰੀ ਨਵੀਂ ਕਰਨੀ ਆ, ਠੀਕ ਹੈ, ਨਵੀਂ ਕਰਨੀ ਚਾਹੀਦੀ ਆ, ਬਟ ਇਹ ਦੇਖੋ ਕਿ ਉਹਨੇ ਉਸ ਇੱਕ ਡਿਫਰੈਂਸ ਨੂੰ, ਜੋ ਇੱਕ ਆਪਸ਼ਨ ਦਾ ਡਿਫਰੈਂਸ ਹੈ, ਉਹਨੂੰ ਐਗਜ਼ਾਮੀਨਰ ਨੇ ਕਿਹਾ ਤੇ ਕਿਹਾ ਕਿੱਦਾਂ, ਹਾਊ ਹੀ ਹੈਜ਼ ਜਸਟੀਫਾਈਡ ਦੈਟ ਡਿਫਰੈਂਸ। ਸੋ ਇਹ ਇੱਕ ਇੰਪੋਰਟੈਂਟ ਧਿਆਨ ਰੱਖਣਾ, ਠੀਕ ਹੈ। ਅੱਛਾ, ਹੁਣ ਜਸਟ ਦੇਖੋ ਬੇਟਾ ਟਿਪਸ ਕੀ ਹੋਣੀਆਂ ਚਾਹੀਦੀਆਂ। ਹੁਣ ਤੱਕ ਆਪਾਂ ਪ੍ਰੋਬਲਮਸ ਦੇਖੀਆਂ ਸੀਗੀਆਂ, ਠੀਕ ਹੈ। ਪਹਿਲੀ ਗੱਲ, ਪਹਿਲੀ ਟਿਪ, ਡੂ ਨਾਟ ਚੈੱਕ ਯੂਰ ਆਂਸਰਸ ਫਰੋਮ ਦ ਪ੍ਰੀਵੀਅਸ ਸੈਕਸ਼ਨ। ਹੁਣ ਜਿਵੇਂ ਫॉर एग्जांपल ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੈਕਸ਼ਨ ਜਦੋਂ ਇੱਕ ਮੁੱਕਦਾ ਉਸ ਤੋਂ ਬਾਅਦ ਤੁਹਾਨੂੰ 30 ਸੈਕਿੰਡਸ ਮਿਲਦੇ ਆ, ਵੇਅਰ ਦੇ ਜਸਟ ਸੇ ਦੈਟ ਯੂ ਆਰ ਨਾਓ ਅਬਾਊਟ ਟੂ ਐਂਟਰ ਦ ਸੈਕੰਡ ਸੈਕਸ਼ਨ ਆਫ ਦ ਲਿਸਨਿੰਗ ਪਾਰਟ, ਠੀਕ ਹੈ, ਇਦਾਂ ਕਹਿੰਦੇ ਆ। ਸੋ ਉਹਦੇ ਵਿੱਚ ਕੀ ਆ ਕਿ ਜੋ ਪਿਛਲੇ ਸੋਲਵ ਕੀਤੇ ਆ ਉਹਨਾਂ ਨੂੰ ਨਾ ਦੇਖੋ, ਜਸਟ ਰੀਡ ਦਾ ਕੁਐਸਚਨਸ। ਉਸ 30 ਸੈਕਿੰਡਸ ਵਿੱਚ ਤੁਸੀਂ MCQs ਪੜ੍ਹੋ, MCQs ਦੇ ਕੁਐਸਚਨਸ ਦੇ ਵਿੱਚ ਆਪਸ਼ਨਸ ਦੀ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰੋ, ਠੀਕ ਹੈ। ਉਹਦੇ ਵਿੱਚ ਇਹ ਨਹੀਂ ਕਿ ਬ੍ਰੇਕ ਦੇ ਵਿੱਚ ਯੂ ਜਸਟ ਲੁੱਕ ਹੇਅਰ ਐਂਡ ਦੇਅਰ, ਇਹਦਾ ਥੋੜਾ ਧਿਆਨ ਰੱਖਿਓ। It is important that you read MCQ questions and try to understand them. So that 30 minutes, ਜਿਹੜੇ 30 seconds ਹੁੰਦੇ ਨੇ, you should focus on reading MCQs and trying to solve ਜਾਂ understand them, ਠੀਕ ਹੈ ਜੀ। ਅੱਛਾ, ਅੱਗੇ ਹੁਣ ਹਾਈਲਾਈਟ ਕੀ ਕਰਨਾ ਹੈ ਬੇਟਾ, ਹਾਈਲਾਈਟ ਹਮੇਸ਼ਾ ਕਰਨੇ ਚਾਹੀਦੇ ਕੀਵਰਡਸ, ਬਟ ਇਹਦੇ ਵਿੱਚ ਕੀਵਰਡਸ ਉਹ ਰੀਡਿੰਗ ਵਾਲੇ ਕੀਵਰਡਸ ਹੁੰਦੇ, ਇਹਦੇ ਵਿੱਚ ਉਹ ਹੁੰਦੇ ਨੇ ਜਿੱਦਾਂ ਫॉर एग्जांपल ਕਿਤੇ ਲਿਖਿਆ ਹੋਵੇ ਫਿਊ, ਕਿਤੇ ਲਿਖਿਆ ਹੋਵੇ ਸਿਮਿਲਰ, ਕਿਤੇ ਲਿਖਿਆ ਹੋਵੇ ਸੇਮ, ਕਿਸੇ ਲਿਖਿਆ ਹੋਵੇ वीडियो गेम्स, कुछ भी। सो जेडे कि डिफरेंशिएट करते हैं, ठीक है जी। आ देखो कीवर्ड्स इन द ऑप्शंस विल हेल्प यू टू आंसर द करेक्ट क्वेश्चन करेक्टली, सॉरी। द कीवर्ड्स इन द डिफरेंट ऑप्शंस आर दोज दैट डिफरेंशिएट मीनिंग बिटवीन द चॉइसेस, बट आर वेरी इंपॉर्टेंट बच्चा। आ देखो बहुत इंपॉर्टेंट है कि जेड़ा कीवर्ड तुहानू डिफरेंशिएट करदा पिया ना ऑप्शन दे विच, एक्चुअली दैट इज द कीवर्ड, ठीक है। अच्छा, लास्ट ਤੁਹਾਨੂੰ मैं समझा चुका एक ਜਿਹੜੀ ਆਪਾਂ ਗੱਲ ਕੀਤੀ ਸੀਗੀ, डू नॉट राइट द फर्स्ट आंसर दैट यू हेयर, ਇਹ ਨਹੀਂ ਹੁੰਦਾ, ਠੀਕ ਹੈ। ਆਲਵੇਜ਼ ਧਿਆਨ ਦਿਓ ਕਿ ਉਹ ਤੁਹਾਨੂੰ ਟ੍ਰਿਕ ਕਰਦੇ ਨੇ, ਠੀਕ ਹੈ। ਕਲੀਅਰ ਹੋ ਜਾਓ, ਪਹਿਲਾ ਆਨਸਰ ਜਿਹੜਾ ਸੁਣ ਲਿਆ that is not always answer, ਠੀਕ ਹੈ। do not spend too much time on one question ਬੇਟਾ, ਠੀਕ ਹੈ। ਜੇ ਨਹੀਂ ਪਤਾ ਲੱਗਦਾ ਉਹਨੂੰ ਛੱਡ ਦਿਓ ਐਂਡ ਦੈਨ ਉਹ ਤੋਂ ਬਾਅਦ ਅੱਗੇ ਚੱਲ ਜਾਓ, ਐਂਡ ਲਾਸਟ ਵਿੱਚ ਆ ਕੇ ਇੱਕ ਐਜੂਕੇਟਡ ਜੋ ਇੱਕ ਗੈਸਟ ਹੋਣਾ ਚਾਹੀਦਾ ਕਿ ਚਲਾ ਲਾ ਦਿੰਦੇ ਆ, ਦੈਟ ਮਸਟ ਬੀ ਦ ਆਨਸਰ। ਕਿਉਂਕਿ ਕਈ ਵਾਰੀ ਕੋਈ ਕੁਐਸਚਨ ਨਾ ਐਗਜ਼ਾਮੀਨਰ ਜਾਣ ਕੇ ਪਾਉਂਦੇ ਆ ਜਿਹਦੇ ਵਿੱਚ ਉਹਨਾਂ ਦਾ ਮੇਨ ਮੋਟਿਵ ਇਹੀ ਹੁੰਦਾ ਕਿ ਟਾਈਮ ਕਿਸੇ ਬੱਚੇ ਦਾ ਕਿਵੇਂ ਅਸੀਂ ਵੇਸਟ ਕਰ ਸਕਦੇ ਹਾਂ, ਦੈਟ ਇਜ਼ ਪਾਰਟ ਆਫ ਦ ਗੇਮ। ਸੋ ਉਹ ਇੱਕ ਧਿਆਨ ਰੱਖਿਆ ਕਰੋ। ਅੱਛਾ, ਹਮੇਸ਼ਾ ਬੀ ਕੇਅਰਫੁਲ ਇਫ ਯੂ ਹੀਅਰ ਵਰਡਸ ਲਾਈਕ ਬਟ ਐਂਡ ਹਾਊਐਵਰ, ਇਹਨਾਂ ਦਾ ਧਿਆਨ ਰੱਖੋ, ਇਹ ਬਹੁਤ ਇੰਪੋਰਟੈਂਟ ਹੈ। ਇਦਾਂ ਦੇ ਵਰਡਸ ਧਿਆਨ ਰੱਖੋ ਜਿਹੜੇ ਕਿ ਕਨੈਕਟਰਸ ਤੇ ਕੰਜੰਕਸ਼ਨ ਜਿਹੜੇ ਕਿ ਪੂਰਾ ਦਾ ਪੂਰਾ ਮਤਲਬ ਘੁਮਾ ਸਕਦੇ ਆ, ਕਿਉਂਕਿ ਕਿਤੇ ਨਾ ਕਿਤੇ ਇਹੀ ਚੀਜ਼ਾਂ ਗਲਤ ਕਰਵਾਉਂਦੀਆਂ, ਠੀਕ ਹੈ। ਅੱਛਾ, ਅਗਲੀ ਗੱਲ, ਜਿੱਥੇ ਇਹ ਗੱਲ ਕਰਦੇ ਆ ਉੱਥੇ ਦੁਬਾਰਾ ਧਿਆਨ ਨਾਲ ਸੁਣਿਆ ਕਰੋ, ਕਿਉਂਕਿ ਉਹ ਉਸ ਚੀਜ਼ ਨੂੰ ਦੁਬਾਰਾ ਐਮਫੇਸਾਈਜ਼ ਕਰ ਰਿਹਾ ਹੁੰਦਾ, ਉਹਨੂੰ ਕੁਆਲੀਫਾਈ ਕਰ ਰਿਹਾ ਹੁੰਦਾ, ਠੀਕ ਹੈ। ਐਂਡ ਪ੍ਰੈਕਟਿਸ ਕਰੋ ਬੇਟਾ, ਦੈਟ ਇਜ਼ ਵੈਰੀ ਇੰਪੋਰਟੈਂਟ। ਪ੍ਰੈਕਟਿਸ ਦਿਓ ਐਜ਼ ਮਚ ਐਜ਼ ਯੂ ਕੈਨ, ਜਿੰਨੀ ਪ੍ਰੈਕਟਿਸ ਕਰੋਗੇ ਲਿਸਨਿੰਗ ਦੀ ਉਨੀ ਘੱਟ ਹੈ। बट ਇਹਦਾ मतलब ਇਹ ਨਹੀਂ ਕਿ ਰੋਜ਼ ਦੀਆਂ 10-10 ਕਰਨੀਆਂ ਨੇ, ਬਟ ਹਾਂ ਇੱਕ ਕਰ ਲਿਆ ਕਰੋ, 2 ਕਰ ਲਿਆ ਕਰੋ, 2 ਤੋਂ ਜ਼ਿਆਦਾ ਨਾ ਕਰਿਆ ਕਰੋ, ਠੀਕ ਹੈ। ਟਰਾਈ ਟੂ ਲਿਸਨ ਮੋਰ ਓਰੀਜਨਲ ਕੰਟੈਂਟ, ਜਿਵੇਂ ਫॉर एग्जांपल ਇੰਗਲਿਸ਼ ਨਿਊਜ਼ ਸੁਣ ਰਹੀ ਆ BBC ਤੇ, ਠੀਕ ਹੈ, ਜਾਂ CNN ਤੇ ਸੁਣ ਲਿਆ, ਸੋ ਉਹ ਸੁਣਿਆ ਕਰੋ, ਉਹਦੇ ਨਾਲ ਤੁਹਾਡੀ ਉਹਦਾ ਇੱਕ ਗ੍ਰੈਬਿੰਗ ਪਾਵਰ ਵਧੇਗੀ। ਯੂ ਵਿਲ ਬੀ ਏਬਲ ਟੂ know the things, understand them, and ਫਿਰ ਉਹਨੂੰ ਪ੍ਰੋਪਰਲੀ ਤੁਸੀਂ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰ ਪਾਓਗੇ,
ठीक है जी। अच्छा आ देखो, योर आंसर एक गल हमेशा याद रखो, योर आंसर विल ऑफन बी अ लेटर नॉट अ वर्ड। ठीक है, सो कहने का मतलब कि इंस्ट्रक्शंस ध्यान ना पढ़ो वाइल ट्रांसफरिंग योर आंसर्स। अगर इंस्ट्रक्शंस ਵਿੱਚ ਲਿਖਿਆ ਰਾਈਟ ਯੂਰ ਆਂਸਰਸ ਇਨ ਓਨਲੀ ਵਨ ਵਰਡ, ਵੈਸੇ ਤਾਂ ਐਮਸੀਕਿਊਜ਼ ਵਿੱਚ ਨਹੀਂ ਹੁੰਦਾ, ਇਹ ਤੁਹਾਡੇ ਫਾਰਮ ਫਿਲਿੰਗ ਵਿੱਚ ਹੁੰਦਾ, ਬਟ ਹਮੇਸ਼ਾ ਇਹ ਧਿਆਨ ਰੱਖੋ ਕਿ ਤੁਹਾਨੂੰ ਪੁੱਛਿਆ ਕੀ ਗਿਆ ਐਂਡ ਇੰਸਟਰਕਸ਼ਨ 'ਚ ਕਿਹਾ ਕੀ ਗਿਆ। ਆਂਸਰ ਕਿਸ ਢੰਗ ਨਾਲ ਲਿਖਣਾ ਚਾਹੀਦਾ ਇਹ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਬੱਚੇ ਬਹੁਤੇ ਇਸੇ ਕਰਕੇ ਖਰਾਬ ਕਰਾਉਂਦੇ ਆ। ਠੀਕ ਹੈ, ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਬੇਟੇ। ਅੱਛਾ ਹੁਣ ਆ ਜਾਓ ਸਟ੍ਰੈਟਜੀ, ਬੱਚਾ ਹੁਣ ਕਰਨਾ ਕੀ ਹੈ, ਇਸ ਤੋਂ ਬਾਅਦ ਆਪਾਂ ਕਰਕੇ ਵੀ ਦੇਖਾਂਗੇ। ਅੱਛਾ ਕਰਨ ਦਾ ਸਟਾਈਲ ਕੀ ਹੋਣਾ ਚਾਹੀਦਾ? ਸਭ ਤੋਂ ਪਹਿਲੀ ਚੀਜ਼, ਯੂ ਮਸਟ ਰੀਡ ਦ ਇੰਸਟਰਕਸ਼ਨਸ ਕੇਅਰਫੁਲੀ, ਜੋ ਕਿ ਬੱਚੇ ਨਹੀਂ ਕਰਦੇ। ਇਹ ਨਹੀਂ ਕਿ ਕੁਐਸਚਨ ਪੜਿਆ ਪਹਿਲੇ ਕੁਐਸਚਨ ਤੋਂ ਪੜ੍ਹਨਾ ਸ਼ੁਰੂ ਕਰ ਦਿੱਤਾ, ਹਮੇਸ਼ਾ ਇੰਸਟਰਕਸ਼ਨਸ ਨੂੰ ਪੜੋ, ਜਸਟ ਲੁੱਕ ਐਂਡ ਸੀ ਕਿ ਇੰਸਟਰਕਸ਼ਨ ਵਿੱਚ ਪੁੱਛਿਆ ਕੀ ਗਿਆ, ਇਹਨਾਂ ਨੂੰ ਕੀ ਸੋਲਵ ਕਰਨ ਨੂੰ ਕਿਹਾ। ਅੱਛਾ ਅੱਗੇ ਦੇਖੋ, ਰੀਡ ਕੁਐਸਚਨਸ, ਠੀਕ ਹੈ, ਐਂਡ ਆਇਡੈਂਟੀਫਾਈ ਕਿ ਤੁਹਾਨੂੰ ਪੁੱਛਿਆ ਕੀ ਗਿਆ। ਕੁਐਸਚਨ ਪੜ੍ਹਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੈਨਸਿਲ ਰੱਖੀ ਤੇ ਅੱਗੇ ਕਰਕੇ ਤੁਸੀਂ ਪੜ੍ਹਨਾ ਸ਼ੁਰੂ ਇਦਾਂ ਮਤਲਬ ਅੰਡਰਲਾਈਨ ਕਰ ਦੇਣਾ, ਦੈਟ ਇਜ਼ ਨਾਟ ਰੀਡਿੰਗ ਦਾ ਕੁਐਸਚਨ। ਰੀਡਿੰਗ ਮੀਨਸ ਕਿ ਕੁਐਸਚਨ ਦੀ ਐਕਚੁਅਲ ਡਿਮਾਂਡ ਕੀ ਆ ਉਹ ਸਮਝੋ, ਐਂਡ ਸਮਝਣ ਤੋਂ ਬਾਅਦ ਫਿਰ ਉਹਨੂੰ ਥੋੜਾ ਜਿਹਾ ਪੰਜਾਬੀ ਦੇ ਵਿੱਚ ਲਿਖੋ। ਠੀਕ ਹੈ, ਹਾਈਲਾਈਟ ਦ ਕੀਵਰਡ ਇਨ ਦ ਕੁਐਸਚਨ ਦੈਟ ਯੂ ਨੋ, ਤੁਹਾਨੂੰ ਪਤਾ ਹੈ ਇਸ ਚੀਜ਼ ਦਾ। ਠੀਕ ਹੈ, ਲੁੱਕ ਐਟ ਦ ਡਿਫਰੈਂਟ ਆਪਸ਼ਨਸ ਐਂਡ ਅੰਡਰਲਾਈਨ ਐਨੀ ਕੀਵਰਡ ਦੈਟ ਵਿਲ ਹੈਲਪ ਯੂ ਟੂ ਡਿਫਰੈਂਸ਼ੀਏਟ ਦ ਮੀਨਿੰਗ। ਇਹਦੇ ਵਿੱਚ ਸਾਰੀ ਦੀ ਸਾਰੀ ਗੇਮ ਖੜੀ ਹੁੰਦੀ ਬੇਟੇ ਡਿਫਰੈਂਸ਼ੀਏਟ ਕਰਨ ਦੇ। ਅਗਰ ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ ਦੈਨ ਦੈਟ ਇਜ਼ ਵੈਰੀ ਈਜ਼ੀ। ਅੱਛਾ ਅੱਗੇ ਦੇਖੋ, ਥਿੰਕ ਆਫ ਦ ਸਿਨੋਨਿਮਸ, ਕਿੱਦਾਂ ਉਸ ਚੀਜ਼ ਨੂੰ ਬੋਲਿਆ ਜਾ ਸਕਦਾ, ਐਂਡ ਦੈਟ ਇਜ਼ ਈਜ਼ੀ। ਐਂਡ ਐਂਡ ਵਿੱਚ ਰਾਮਬਾਣ ਜਿਹੜਾ ਕਿ ਹਰ ਪੰਜਾਬੀ ਬੱਚਾ ਕਰਦਾ, ਟਰਾਈ ਟੂ ਪ੍ਰਿਡਿਕਟ ਦ ਆਂਸਰ, ਇੱਕ ਐਜੂਕੇਟਡ ਗੈਸ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਅਗਰ ਤੁਹਾਡੀ ਲਿਸਟਿੰਗ 'ਚ ਕੋਈ ਉਹ ਸਕਿਪ ਕਰ ਗਿਆ ਤੁਹਾਡੀ ਟੋਨ ਐਂਡ ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਦੈਨ ਯੂ ਕੈਨ ਮੇਕ ਅ ਐਜੂਕੇਟਡ ਗੈਸ, ਪਰ ਖਾਲੀ ਨਾ ਛੱਡੋ ਬਿਕੋਜ਼ ਇਹਦੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਆਲਰਾਈਟ, ਅੱਛਾ ਵਾਈਲ ਲਿਸਨਿੰਗ ਅਗਲਾ ਦੇਖੋ, ਲਿਸਨ ਫॉर ਐਨੀ ਕੀਵਰਡਸ ਐਂਡ ਸਿਨੋਨਿਮਸ, ਇਹ ਤੁਹਾਨੂੰ ਪਤਾ ਹੀ ਹੈ। ਡੋਂਟ ਰਾਈਟ ਜੋ ਤੁਹਾਨੂੰ ਪਹਿਲਾਂ ਸੁਣਦਾ ਆ, ਠੀਕ ਹੈ, ਦੇ ਆਰ ਪ੍ਰੋਬੇਬਲੀ ਟਾਕਿੰਗ ਮੋਰ ਐਂਡ ਵਨ ਆਪਸ਼ਨ, ਸੋ ਵੇਟ ਅੰਟਿਲ ਦੇ ਟਾਕ ਅਬਾਊਟ them all ਐਂਡ ਦੈਨ ਆਂਸਰ। ਇਹ ਨਹੀਂ ਕਿ ਪਹਿਲਾਂ ਸੁਣਨਾ ਤੇ ਲਿਖਤਾ, ਪਹਿਲਾਂ ਉਹਨਾਂ ਨੂੰ ਸੁਣੋ, ਸਾਰਿਆਂ ਨੂੰ ਸੁਣੋ, ਸਾਰੇ ਆਪਸ਼ਨਸ ਬਾਰੇ ਜੋ ਕਹਿ ਰਹੇ ਆ ਉਹ ਸੁਣੋ ਐਂਡ ਉਸ ਤੋਂ ਬਾਅਦ ਕਰੋ। ਐਂਡ ਬੀ ਕੇਅਰਫੁਲ with answers that are given by the speaker and then taken away, मतलब कहने का मतलब कि पहला इस आंसर अगर लेट्स से स्पीकर दस दिंदा फिर उस तो बाद ओ सॉरी आई रिमेंबर एंड कहने तो बाद फिर आंसर चेंज कर देना, सो उन्हां नूं थोड़ा जिहा ध्यान नाल समझो। ठीक है, इफ यू थिंक एन आंसर इज करेक्ट जस्ट एक टिक साइड ते छोटा जिहा टिक ला दो, आंसर ना लिखो। अगर लगता कि आंसर हैगा तो थोड़ा उत्थे एक पॉइंट ला लिया करो ताकि तुहानूं जदों फाइनल हो जाए तुसीं उहनूं फिर एक कंसीडर कर सकते हो। ठीक है, डोंट स्पेंड एनी मोर टाइम दैन नैसेसरी, जे कोई तुहानूं आंसर मिस कर रहा वो तो टाइम वेस्ट ना करो, अगला सुनो एंड अपने आप को इमोशनल ना होवो कि मेरा क्वेश्चन छुट गया, कोई चक्कर नहीं, कुछ क्वेश्चंस हुंदे ही इस करके कि वो छड्डे जाण ताकि तुहाडा दिमाग ना खराब होवे। सो इफ यू मिस एनी आंसर, ठीक है, जस्ट मेक अ गेस एंड मूव ऑन, दैट्स इट। सो ये एक चीज़ का तुसीं ध्यान रखना है। अच्छा ਹੁਣ ਆਪਾਂ ਇੱਕ ਇਹਨੂੰ ਸੋਲਵ ਕਰਕੇ ਦੇਖਦੇ ਹਾਂ, ਲੈਟਸ ਸੋਲਵ ਦਾ ਲਿਸਨਿੰਗ ਪਾਰਟ, ਇਹਨੂੰ ਸੋਲਵ ਕਰਦੇ ਹਾਂ। ਸੋ ਫਸਟ ਆਫ ਆਲ ਇਹ ਸੋਲਵ ਕਰਾਂਗੇ। ਇੱਕ ਚੀਜ਼ ਧਿਆਨ ਰੱਖੋ, ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਯੂ ਕੈਨ ਹੈਵ ਯੋਰ ਹੈਡਫੋਨਸ, ਤੁਹਾਨੂੰ ਆਡੀਓ ਸੁਣੇਗੀ ਐਂਡ ਯੂ ਕੈਨ ਡੂ ਇਟ ਬਾਈ ਯੋਰ ਸੈਲਫ ਐਜ਼ ਵੈਲ, ਬਟ ਕਰਨ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਇੱਕ ਧਿਆਨ ਰੱਖਣੀ ਹੈ, ਵਿਲ ਬੀ ਰੀਡਿੰਗ ਦਾ ਕੁਐਸਚਨਸ ਐਂਡ ਟਰਾਈਂਗ ਟੂ ਅੰਡਰਸਟੈਂਡ ਦ ਡਿਫਰੈਂਸ ਐਂਡ ਫਿਰ ਤੁਹਾਨੂੰ ਆਡੀਓ ਸੁਣੇਗੀ। ठीक है, अच्छा देखो पहली 9th देखो, टाइप ऑफ इंश्योरेंस चोजन, सो केड़ा चूज कीता, इकोनॉमी स्टैंडर्ड एंड प्रीमियम। सो तीन तरह दे तुहाडे कोल हैगे आ टाइप ऑफ इंश्योरेंस, तुहानूं पता ही इकोनॉमी है, स्टैंडर्ड है ते प्रीमियम। ओके दैट्स गुड। अच्छा सेकंड, कस्टमर वांट्स द गुड्स डिलीवर्ड टू, किथे डिलीवर करना चाहता, पोर्ट होम एंड ऑल। ठीक है, मान लेने ठीक है। सो आई एम जस्ट अबाउट टू प्ले द ऑडियो, सो तुसीं भी ध्यान नाल सुनो एंड फिर आपां दा आंसर लाउने आ। ठीक है बेटा, आई एम ऑल्सो डूइंग इट फॉर द फर्स्ट टाइम, आई डोंट नो आंसर्स की है, पर लेट्स सी, देखते हैं। अगर गलत होए तो प्लीज कमेंट बॉक्स में दस दियो एंड you can correct yourself. Okay, right. Now, obviously insurance is an important thing to consider, and our companies are able to offer very good rates in a number of different all-inclusive packages. Sorry, could you explain a bit more? Yes, sorry. There's really 3 rates according to quality of insurance cover. There's the highest comprehensive cover, which is premium rate.
then there's standard rate, and then there's economy rate. That one will only cover the cost of the contents second hand. Oh, I've been stung before with economy insurance, so I'll go for the highest. Mm-hmm. And can I just check, would you want home delivery or to a local depot, or would you want to pick it up at the nearest port? The port would be fine. I've got transport that end. Fine. And will you be paying by credit card? Can I pay by check? ਬੱਚਾ observe ਕਰੋ ਆਪਾਂ ਆਡੀਓ ਸੁਣੀ ਹੋਣੀ ਉਹਨੇ ਪਹਿਲਾ ਜਿਹੜਾ ਤੁਹਾਡਾ ਸੀਗਾ the first one ਉਹਨੇ ਉਸ ਚੀਜ਼ ਨੂੰ how he just said it 9th ਵਿੱਚ ਉਹਨੇ ਆਪਸ਼ਨਸ ਤਿੰਨੇ ਹੀ ਬੋਲਿਆ ਉਹਨੇ ਪ੍ਰੀਮੀਅਮ ਵੀ ਬੋਲਿਆ ਉਹਨੇ ਸਟੈਂਡਰਡ ਵੀ ਬੋਲਿਆ ਉਹਨੇ ਇਕਨੋਮੀ ਵੀ ਬੋਲਿਆ ਐਂਡ ਤਿੰਨੇ ਹੀ ਬੋਲ ਦਿੱਤੀਆਂ ਬਟ ਐਂਡ ਵਿੱਚ ਜਦੋਂ ਕਸਟਮਰ ਬੋਲ ਰਿਹਾ ਸੀ ਉਹ ਕਹਿੰਦਾ ਆਈਲ ਗੋ ਫॉर द ਹਾਈਐਸਟ ਉਹਨੇ ਪ੍ਰੀਮੀਅਮ ਦਾ ਨਾਮ ਨਹੀਂ ਲਿਆ ਬਟ ਉਹਨੇ ਹਾਈਐਸਟ ਕਿਹਾ ਸੋ ਹਾਈਐਸਟ ਕਿੱਥੋਂ ਆਇਆ ਸੀਗਾ ਹਾਈਐਸਟ ਉਹ ਲੇਡੀ ਨੇ ਵੀ ਬੋਲਿਆ ਸੀਗਾ ਵਾਈਲ ਸ਼ੀ ਵਾਸ ਡਿਸਕ੍ਰਾਈਬਿੰਗ ਦਾ ਪ੍ਰੀਮੀਅਮ ਸੋ ਇੱਕ ਤਾਂ ਇਹ ਚੀਜ਼ ਧਿਆਨ ਰੱਖੋ 10th ਦੇਖੋ 10th ਵਾਸ ਵੈਰੀ ਈਜ਼ੀ ਕਿ ਉਹਨੇ ਕਿਹਾ ਵੀ ਕਿੱਥੇ ਡਿਲੀਵਰ ਕਰਨਾ ਪੋਰਟ ਤੇ ਕਰਨਾ ਸੋ ਇਹਦੇ ਵਿੱਚ ਉਹਨੇ ਹੋਮ ਤੇ ਜਾਂ ਡਿਪੋਟ ਦੀ ਗੱਲ ਹੀ ਨਹੀਂ ਕੀਤੀ ਉਹਨੇ ਸਿੱਧੇ ਦੀ ਗੱਲ ਕੀਤੀ ਸੋ ਆਨਸਰ C and A ਵਾਸ ਆਫ ਇਟ ਠੀਕ ਹੈ ਸੋ ਇਸ ਤਰ੍ਹਾਂ MCQ ਕਰਨੇ ਚਾਹੀਦੇ ਕਹਿਣ ਦਾ ਮੋਟਿਵ ਕੀ ਹੈ that you must read the questions first and ਉਸ ਤੋਂ ਬਾਅਦ MCQ ਸੋਲਵ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਇਹਨੂੰ ਚਾਹੇ ਰਿਵਾਈਂਡ ਕਰਕੇ ਦੁਬਾਰਾ ਸੋਲਵ ਕਰਕੇ ਦੇਖ ਲਓ ਇਟ ਵਿਲ ਬੀ ਅ ਗ੍ਰੇਟ ਹੈਲਪ ਫॉर ਯੂ ਸੈਕੰਡ ਤਰ੍ਹਾਂ ਦੇ ਇੱਕ MCQ ਜਿਹੜੇ ਹੈਗੇ ਉਹਨਾਂ ਨੂੰ ਵੀ ਕਰੀ ਕਰ ਲੈਂਦੇ ਆ ਠੀਕ ਹੈ ਲੈਟਸ ਟਾਕ ਅਬਾਊਟ ਇਟ ਵੀ ਆਲ ਆਰ ਪ੍ਰੈਜ਼ੈਂਟ ਹੀਡੋਨਿਸਟ ਹੁਣ ਮੈਨੂੰ ਹੀਡੋਨਿਸਟ ਦਾ ਮਤਲਬ ਨਹੀਂ ਪਤਾ ਨਾ ਮੈਂ ਜਾਣਨਾ ਠੀਕ ਹੈ ਜਸਟ ਮੈਂ ਦੇਖਣਾ ਕਿ ਮੈਨੂੰ ਵਿਦਆਊਟ ਅੰਡਰਸਟੈਂਡਿੰਗ ਮੈਂ ਸੋਲਵ ਕਰ ਸਕਦਾ ਕਿ ਨਹੀਂ ਹੁਣ ਅੰਡਰਸਟੈਂਡਿੰਗ ਮਤਲਬ ਇਹ ਨਹੀਂ ਕਿ ਮੈਨੂੰ ਹੀਡੋਨਿਸਟ ਦਾ ਮਤਲਬ ਪਤਾ ਹੋਣਾ ਚਾਹੀਦਾ ਮੈਨੂੰ ਲੋੜ ਨਹੀਂ ਬਟ ਜਸਟ ਮੈਂ ਇਹ ਦੇਖਣਾ ਕਿ ਹੀਡੋਨਿਸਟ ਕਿੱਥੇ ਹੁੰਦੇ ਆ ਸਕੂਲ 'ਚ ਬਰਥ ਵੇਲੇ ਕਿ ਈਟਿੰਗ ਐਂਡ ਡਰਿੰਕਿੰਗ ਵੇਲੇ ਠੀਕ ਹੈ ਡਿਫਰੈਂਸ਼ੀਏਟ ਹੋ ਗਿਆ ਅਮਰੀਕਨ ਬॉयਜ਼ ਡ੍ਰੌਪ ਆਊਟ ਆਫ ਸਕੂਲ ਐਟ ਹਾਇਰ ਰੇਟ ਦੈਨ ਗਰਲਸ ਬਿਕੋਜ਼ ਅਮਰੀਕਨ ਮੁੰਡੇ ਡ੍ਰੌਪ ਆਊਟ ਜ਼ਿਆਦਾ ਹੁੰਦੇ ਆ ਕੁੜੀਆਂ ਨਾਲੋਂ ਬਿਕੋਜ਼ they need to be in control of the way they learn okay they play video games instead of doing school work video game ਖੇਡਦੇ ਨੇ they are not intelligent as girls ਮੇਰੇ ਅਕੋਰਡਿੰਗ ਵੈਸੇ ਸੀ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਦਾਂ ਦੀ ਗੱਲ ਨਹੀਂ ਕੀਤੀ ਜਾ ਸਕਦੀ ਬਟ ਲੈਟਸ ਸੀ ਅੱਛਾ ਆਡੀਓ ਚੱਲਣ ਲੱਗੀ ਹੈ ਬੇਟੇ ਜਸਟ ਆਪਣੇ ਹੈਡਫੋਨਸ ਲਾ ਲਓ ਐਂਡ ਲੈਟਸ ਟਾਕ ਅਬਾਊਟ ਇਟ ਦੇਖਦੇ ਕੀ ਆਉਂਦਾ Okay, let's move on. You might ask, how do these time zones affect our lives? Well, let's start at the beginning. Everyone is brought into this world as a present hedonist. No exceptions. Our initial needs and demands, to be warm, secure, fed, and watered, all stem from the present moment. But things change when we enter formal education. We're taught to stop existing in the moment and to begin thinking about future outcomes. But did you know that every 9 seconds a child in the USA drops out of school? For boys, the rate is much higher than for girls. We could easily say, well, boys just aren't as bright as girls. But the evidence doesn't support this. A recent study states that boys in America, by the age of 21, have spent 10,000 hours playing video games. The research suggests that they'll never fit in the traditional classroom because these boys require a situation where they have the ability to manage their own learning environment. Now, let's look at the way we do prevention education. All prevention education is aimed at a future time zone. We say, don't smoke or you'll get cancer. Get good grades or you won't get a good job. But with present-orientated kids, that just doesn't work. All right. Just observe ਕਰੋ ਇਹਦਾ ਆਨਸਰ A ਹੈ why it is A ਹੁਣ ਉਹਦੇ ਬਾਰੇ ਵੀ ਗੱਲ ਕਰਦੇ ਆ ਪਹਿਲਾਂ ਤਾਂ ਜੋ 36 ਤੇ ਉਹਨੇ ਲਿਖਿਆ we are all present hedonist when we come to this world so that means at the birth ਜਦੋਂ ਧਰਤੀ ਤੇ ਜਨਮ ਹੁੰਦਾ ਹੈ ਜਦੋਂ ਧਰਤੀ ਤੇ ਆਉਂਦੇ ਉਦੋਂ ਤੋਂ hedonist ਹੁੰਦੇ ਆ ਸੋ ਉਹਨੇ ਇਹਨੂੰ ਇਦਾਂ ਲਿਖਿਆ when we come at this world ਉਹਨੇ birth ਨੂੰ ਇਦਾਂ ਲਿਖਤਾ ਸੋ eating drinking ਦੀ ਕੋਈ ਗੱਲ ਨਹੀਂ ਹੋਈ ਸਕੂਲ ਦੀ ਕੋਈ ਗੱਲ ਨਹੀਂ ਹੋਈ nothing ਅੱਛਾ 37th was very tricky ਉਹਨੇ ਕੀਤਾ ਕਿ ਉਹਨੇ ਪਹਿਲਾਂ ਬੋਲਿਆ ਕਿ they are not intelligent as girls but there is no evidence of it ਠੀਕ ਹੈ ਸੋ ਉਹਨੇ C ਨੂੰ ਪਹਿਲਾਂ ਹੀ ਕ੍ਰਾਸ ਕਰ ਦਿੱਤਾ ਉਹਨੇ A ਬਾਰੇ ਗੱਲ ਹੀ ਨਹੀਂ ਕੀਤੀ
अच्छा B, they play video games instead of doing schoolwork, but that is not supported by, ਉਹਦੀ ਵੀ ਇਦਾਂ ਦੀ ਗੱਲ ਕਰ ਦਿੱਤੀ। so that means ਕਿ ਜਿਹੜੀ ਸਪੋਰਟ ਹੈ ਉਹ ਤਾਂ ਇਹੀ ਹੋਣੀ। ਸੋ ਉਹਨੇ ਆ ਦੋ ਚੀਜ਼ਾਂ ਬਾਰੇ ਕ੍ਰਾਸ ਕਰ ਦਿੱਤਾ ਤੇ ਬਚਿਆ ਕਿਹੜਾ? ਬਚਿਆ ਉਹ। ਸੋ ਬੇਟਾ ਦਿਸ ਇਜ਼ ਕਾਲਡ ਐਲੀਮੀਨੇਸ਼ਨ ਮੈਥਡ, ਕਿ ਤੁਸੀਂ ਆਨਸਰ ਨਹੀਂ ਲੱਭ ਰਹੇ ਸੀਗੇ, ਤੁਸੀਂ ਜਿਹੜੇ ਗਲਤ ਸੀਗੇ ਉਹਨਾਂ ਨੂੰ ਕ੍ਰਾਸ ਕਰ ਰਹੇ ਸੀਗੇ। ਸੋ B ਵਿੱਚ ਜਿਹੜੇ 36th ਹੈ ਉਹਦਾ B ਤਾਂ ਸਿੱਧਮ ਸਿੱਧਾ ਆਨਸਰ ਮਿਲ ਗਿਆ ਸੀਗਾ, ਬਟ 37th ਵਿੱਚ ਤੁਸੀਂ ਗਲਤ ਆਨਸਰ ਜਿਹੜੇ ਆ ਉਹਨਾਂ ਨੂੰ ਹਟਾਇਆ ਐਂਡ ਸਹੀ ਵਾਲਾ ਤੁਹਾਡੇ ਸਾਹਮਣੇ ਖੁਦ ਆਇਆ। ਦਿਸ ਇਜ਼ ਕਾਲਡ ਐਲੀਮੀਨੇਸ਼ਨ ਇਨ MCQs ਜਿਹੜੇ ਲਿਸਨਿੰਗ ਵਿੱਚ ਆਉਂਦੇ ਆ। ਠੀਕ ਹੈ, ਸੋ ਬੇਟਾ ਇਹਨੂੰ ਵੀ ਆਪਣੇ ਆਪ ਇੱਕ ਵਾਰੀ ਰਿਵਾਈਂਡ ਕਰਕੇ ਆਡੀਓ ਨੂੰ ਸੁਣੋ ਐਂਡ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਬਿਕੋਜ਼ ਐਂਡ ਆਫ ਦਾ ਡੇ what I feel is ਕਿ listening is very scoring। ਅਗਰ ਇਹਨੂੰ ਅਸੀਂ ਥੋੜਾ ਜਿਹਾ ਸੀਰੀਅਸਲੀ ਕਰ ਲਈਏ, ਬੱਚਿਆਂ ਦੇ 8 ਬੈਂਡ 8.5 ਬੈਂਡ ਵੀ ਆਉਂਦੇ ਆ ਐਂਡ ਉਹਨਾਂ ਨੂੰ ਲਿਸਨਿੰਗ ਜਦੋਂ ਸ਼ੁਰੂ ਕਰਵਾਉਂਦੇ ਉਹਨਾਂ ਨੂੰ ਕੱਖ ਨਹੀਂ ਆਉਂਦਾ ਹੁੰਦਾ। ਸੋ ਥੋੜਾ ਬਹੁਤਾ ਵੀ ਉਹਨਾਂ ਦੇ ਮਨ 'ਚ ਕਿਤੇ ਲਿਸਨਿੰਗ ਨੂੰ ਲੈ ਕੇ ਹੁੰਦਾ ਨਹੀਂ ਆ। ਹਾਂ ਪਤਾ ਹੁੰਦਾ ਹੈ ਬਟ ਫਾਰਮੈਟ ਨਹੀਂ ਪਤਾ ਹੁੰਦਾ, ਬੈਂਡ ਨਹੀਂ ਆਉਂਦੇ, ਬਟ ਵਿਦ ਹਾਰਡ ਵਰਕ ਦੇ ਅਚੀਵ ਦੈਟ ਸਕੋਰ ਐਂਡ ਉਹਨਾਂ ਦਾ ਓਵਰਆਲ ਬੈਂਡ ਸਕੋਰ ਵੱਧਦਾ। ਸੋ ਦਿਸ ਇਜ਼ ਮਾਈ ਹੰਬਲ ਰਿਕੁਐਸਟ, ਇੱਕ ਵਾਰੀ ਇਸ ਚੀਜ਼ ਨੂੰ ਦੁਬਾਰਾ ਰਿਵਾਈਜ਼ ਕਰੋ ਐਂਡ ਪੂਰੇ ਦੇ ਪੂਰੇ ਜਿਹੜੀ ਪਲੇਲਿਸਟ ਉਹਨੂੰ ਇੱਕ ਵਾਰੀ ਦੇਖੋ, ਸੋ ਦੈਟ ਯੂ ਕੈਨ ਅਟੇਨ ਅ ਗੁੱਡ ਵੈਂਚਰ ਆਊਟ ਆਫ ਇਟ। ਠੀਕ ਹੈ, ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ। ਵੀ ਵਾਈਂਡ ਅਪ ਦ ਲਿਸਨਿੰਗ ਮੋਡਿਊਲ ਓਵਰ ਹੇਅਰ ਐਂਡ ਉਸ ਤੋਂ ਬਾਅਦ ਸਪੀਕਿੰਗ ਮੋਡਿਊਲ ਬਾਰੇ ਗੱਲਾਂ ਬਾਤਾਂ ਕਰਾਂਗੇ। ਵਿਲ ਬੀ ਸਟਾਰਟਿੰਗ ਨਿਊ ਕੋਰਸ ਫॉर ਸਪੀਕਿੰਗ ਮੇਬੀ ਨੈਕਸਟ ਵੀਕ ਤੋਂ, ਸੋ ਉਹ ਵੀ ਥੋੜਾ ਜਿਹਾ ਤੁਸੀਂ ਧਿਆਨ ਰੱਖ ਲਿਓ ਐਂਡ ਵੀ ਕੈਨ ਸੀ ਇਟ ਪ੍ਰਾਊਡਲੀ ਕਿ ਆਪਾਂ ਇੱਕ ਉਸ ਮਿਸ਼ਨ ਤੇ ਆ ਜਿਹਦੇ ਵਿੱਚ ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਐਂਡ ਆਪਣੇ ਆਪ ਨੂੰ ਵਧੀਆ ਬਣਾਉਣਾ ਹੈ। ਠੀਕ ਹੈ, ਸੋ ਥੈਂਕ ਯੂ ਐਵਰੀਬਡੀ ਐਂਡ ਆਲ ਦ ਬੈਸਟ ਫॉर योर ਪੇਪਰਸ, ਜਿਹੜੇ ਅੱਗੇ ਬੱਚਿਆਂ ਦੇ ਪੇਪਰ ਆ ਰਹੇ ਆ ਐਂਡ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਆਇਲਸ ਕਰਨੀ ਸ਼ੁਰੂ ਕਰ ਦਿੱਤੀ ਹੈ। ਦੇਰ ਆਏ ਦਰੁਸਤ ਆਏ, ਪਰ ਚਲੋ ਵਧੀਆ ਗੱਲ ਹੈ ਤੁਸੀਂ ਆਪਣੇ ਆਪ ਲਈ ਥੋੜਾ ਜਿਹਾ ਸੋਚਣਾ ਸ਼ੁਰੂ ਕੀਤਾ, ਬਿਕੋਜ਼ ਐਂਡ ਆਫ ਦਾ ਡੇ ਬੇਟਾ ਇੱਕ ਗੱਲ ਯਾਦ ਰੱਖਿਓ, ਕੀਤੇ ਬਿਨਾ ਸਰਨਾ ਨਹੀਂ। ਠੀਕ ਹੈ, ਮਾਈ ਸੁਜੈਸ਼ਨ ਇਜ਼ ਕਿ ਕੱਲ ਕਰੇ ਸੋ ਆਜ ਕਰ, ਹੁਣੀ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਤੁਹਾਡੇ ਕੋਲ ਇੱਕ ਸੈਂਸ ਆਫ ਸਿਕਿਉਰਿਟੀ ਹੋਵੇ। ਭਾਵੇਂ ਬਾਹਰ ਜਾਓ ਨਾ ਜਾਓ, ਮੈਂ ਨਹੀਂ ਕਹਿੰਦਾ ਨਾ ਜਾਓ, ਬਟ ਇੱਕ ਪੰਜਾਬ ਦੇ ਵਿੱਚ ਇੱਕ ਸੋਸ਼ਲ ਇੱਕ ਉਹ ਬਣ ਚੁੱਕਾ ਨਾ ਕਿ ਇਹ ਤੋਂ ਆਇਲਸ ਨਹੀਂ ਹੋਈ, ਪਤਾ ਨਹੀਂ ਕੋਈ 'ਚ ਕਮੀ ਹੋਣੀ ਹੈ। ਉਸ ਚੀਜ਼ ਨੂੰ ਤੋੜਨ ਲਈ, ਉਸ ਚੀਜ਼ ਨੂੰ ਭੰਨਣ ਲਈ, ਆਪਣੇ ਆਪ ਨੂੰ ਇੱਕ ਵਾਰੀ ਪ੍ਰੂਵ ਕਰਨ ਲਈ ਸੋਸਾਇਟੀ ਵਿੱਚ ਪਲੀਜ਼ ਗਿਵ ਯੂਰ ਪੇਪਰ, ਤਾਂ ਕਿ ਤੁਸੀਂ ਇੱਕ ਵਾਰੀ ਹਿੱਕ ਤਾਣ ਕੇ ਕਹਿ ਸਕਦੇ ਹੋ ਕਿ ਭਰਾਵਾ ਬੈਂਡ ਲੈ ਇੱਥੇ ਬੈਠਾ, ਐਡੀ ਕੋਈ ਅੱਲੋਕਾਰੀ ਗੱਲ ਹੈ ਨਹੀਂ। ਠੀਕ ਹੈ, ਸੋ ਥੈਂਕ ਯੂ ਐਵਰੀਬਡੀ ਐਂਡ ਗੋਡ ਬਲੈਸ ਯੂ ਬੇਟਾ।